ਦੇ ਵਿੱਚ ਖਰੇ ਉਤਰਦੇ ਹੋ ਜਾਂ ਫਿਰ ਤੁਸੀਂ ਫੇਲ ਹੁੰਦੇ ਹੋ। ਲੋਕਾਂ ਦੇ ਕਾਰਨ ਤੁਹਾਨੂੰ ਇੱਕ ਅਹੁਦਾ ਮਿਲਦਾ ਹੈ ਔਰ ਉਸੇ ਦੇ ਵਿੱਚ ਤੁਸੀਂ ਖਰੇ ਉਤਰਨਾ ਹੈ। ਔਰ ਮੈਨੂੰ ਲੱਗਦਾ ਹੈ ਕਿ ਮਾਲਵਿਕਾ ਪੂਰੀ ਤਿਆਰ ਹੈ ਉਹਦੇ ਲਈ। ਔਰ ਜਿਹੜੀ ਉਹਦੀ ਸੇਵਾ ਭਾਵ ਦੇਖੀ ਹੈ, ਆਪਾਂ ਹਮੇਸ਼ਾ ਦੇਖਿਆ ਪੰਜਾਬੀਆਂ ਦੇ ਵਿੱਚ, ਖਾਸ ਕਰ ਇੱਕ ਪੰਜਾਬੀ ਜਿਹੜਾ ਲੰਗਰ ਆਪਾਂ ਕਹਿੰਦੇ ਪੰਜਾਬੀਆਂ ਨੇ ਸ਼ੁਰੂ ਕੀਤਾ ਕਿ ਲੰਗਰ ਲੱਗ ਰਿਹਾ, ਤੇ ਇਹ ਪੰਜਾਬ ਤੋਂ ਹੀ ਇਹ ਜਿਹੜੀ ਫੀਲਿੰਗ ਸ਼ੁਰੂ ਹੋਈ ਹੈ ਸੇਵਾ ਦੀ, ਦੇਣ ਭਾਵ ਦੀ। ਮਦਰ ਫਾਦਰ ਤੋਂ ਅਸੀਂ ਜੋ ਵੀ ਸਿੱਖ ਪਾਏ, ਤੁਸੀਂ ਸਾਰੇ ਜਾਣਦੇ ਹੋ, ਸਾਡੇ ਨਾਲ ਸ਼ਾਇਦ ਬਿਹਤਰ ਜਾਣਦੇ ਹੋ ਕਿ ਉਹਨਾਂ ਦੀ ਕੀ ਕੰਟਰੀਬਿਊਸ਼ਨ ਸੀ ਸਮਾਜ ਲਈ। ਔਰ ਮੈਨੂੰ ਲੱਗਦਾ ਜਿਹੜੀ ਰੀਤੀ ਹੈ ਇਹ ਚੱਲਦੀ ਰਹਿਣੀ ਚਾਹੀਦੀ ਹੈ। ਔਰ ਕਹਿੰਦੇ ਜਦੋਂ ਤੁਸੀਂ ਲੋਕਾਂ ਦੇ ਵਿੱਚ ਆਉਂਦੇ ਹੋ ਤਦ ਹੀ ਤੁਸੀਂ ਲੋਕਾਂ ਨੂੰ ਛੂ ਪਾਉਂਦੇ ਹੋ। ਸੋ ਮੈਨੂੰ ਅੱਜ ਬੜਾ ਪ੍ਰਾਊਡ ਫੀਲ ਹੋ ਰਿਹਾ ਕਿ ਅਸੀਂ ਆਉਂਦੇ ਹਾਂ। ਔਰ ਜਦੋਂ ਪਾਰਟੀ ਦਾ ਜਿਹੜਾ ਤੁਸੀਂ ਸਵਾਲ ਪੁੱਛਿਆ, ਉਹ ਜਦੋਂ ਵੀ ਸਮੇਂ ਆਏਗਾ ਅਸੀਂ ਡੈਫੀਨੇਟਲੀ ਵਿਲ ਮੇਕ ਸ਼ੋਰ ਕਿ ਸਾਰਿਆਂ ਨੂੰ ਵਾਪਸ ਤੁਹਾਨੂੰ ਦੱਸ ਕੇ ਜ਼ਰੂਰ ਦੱਸੀ ਕਿ ਕੌਣ ਰਹੇਗਾ। ਬਟ ਜਿਹੜੀ ਸੋਚ ਔਰ ਸੇਵਾ ਦੀ ਸਾਨੂੰ ਲੱਗੂਗਾ ਕਿ ਉਹ ਤਤਪਰ ਹੈ ਪੂਰੀ ਤਰ੍ਹਾਂ। ਅਸੀਂ ਡੈਫੀਨਿਟਲੀ ਪਿਛਲੇ ਮੀਟਿੰਗ ਕੀਤੀ ਹੈ, ਪ੍ਰੈਸ ਕਾਨਫਰੰਸ ਕੀਤੀ ਹੈ, ਹੁਣ ਚੰਨੀ ਸਾਹਿਬ ਨੂੰ ਵੀ ਮਿਲੇ ਹੋ, ਹਲਚਲ ਬੜੀ ਤੇਜ਼ ਹੋ ਗਈ ਹੈ ਰਾਜਨੀਤਿਕ ਗਲਿਆਰਾ ਦੇ ਵਿੱਚ, ਕਿਹੜੀ ਪਾਰਟੀ ਤੋਂ ਹੋਣਗੇ? ਮੈਂ ਉਹੀ ਤੁਹਾਨੂੰ ਕਿਹਾ, ਮੈਂ ਜਦੋਂ ਸਾਰਿਆਂ ਨੂੰ ਮਿਲਿਆ ਔਰ ਸਾਰਿਆਂ ਨੂੰ ਬੜਾ ਅੱਛਾ ਲੱਗਿਆ ਮੈਨੂੰ ਮਿਲ ਕੇ। ਚੰਨੀ ਸਾਹਿਬ ਨੂੰ ਜਦੋਂ ਮਿਲਿਆ, ਬੜੇ ਕਮਾਲ ਦੇ, ਬੜੇ ਪੋਲਾਈਟ ਇਨਸਾਨ ਨੇ ਔਰ ਬੜਾ ਅੱਛਾ ਲੱਗਿਆ ਮੈਨੂੰ ਉਹਨਾਂ ਨਾਲ ਮੁਲਾਕਾਤ ਕਰਕੇ। ਔਰ ਮੈਂ ਜਿਨ੍ਹਾਂ ਨਾਲ ਵੀ ਮਿਲਿਆ, ਆਈ ਥਿੰਕ ਦੇ ਆਲ ਵੈਰੀ ਗੁੱਡ। ਬਟ ਤੁਸੀਂ ਇਹ ਜ਼ਿੰਦਗੀ ਦਾ ਬਹੁਤ ਵੱਡਾ ਡਿਸੀਜਨ ਹੁੰਦਾ ਲਾਈਫ ਦਾ ਜਦੋਂ ਤੁਸੀਂ ਵੱਧਦੇ ਹੋ। ਇਹ ਇੱਕ ਐਸਾ ਨਹੀਂ ਹੈ ਕਿ ਆਪਾਂ ਇਕੱਠੇ ਬਾਹਰ ਚਲੇ ਗਏ, ਖਾਣਾ ਖਾਣ ਚਲੇ ਗਏ ਜਾਂ ਕਿਤੇ ਘੁੰਮਣ ਚਲੇ ਗਏ ਔਰ ਹੋ ਗਿਆ। ਇਹ ਜ਼ਿੰਦਗੀ ਭਰ ਦਾ ਰਿਸ਼ਤਾ ਹੈ, ਕਈ ਸਾਲਾਂ ਦਾ ਰਿਸ਼ਤਾ ਹੈ, ਲੋਕਾਂ ਦੇ ਵਿਸ਼ਵਾਸ ਦਾ ਰਿਸ਼ਤਾ ਹੈ। ਤੇ ਅਸੀਂ ਅਜੇ ਵੀ ਸੋਚ ਰਹੇ ਹਾਂ ਕਿ ਕਿਸ ਤਰ੍ਹਾਂ ਲੱਗਿਆ ਜਾਏ। ਕੁਝ ਹੋਰ ਮੁਲਾਕਾਤਾਂ ਹੋਣਗੀਆਂ, ਕੁਝ ਹੋਰ ਸੋਚ ਹੋਗੀ, ਕੁਝ ਅਸੀਂ ਆਪਣੀਆਂ ਸੋਚਾਂ ਦੱਸਾਂਗੇ ਕਿ ਅਸੀਂ ਕੀ ਚਾਹੁੰਦੇ ਹਾਂ ਔਰ ਉਹ ਕਿਸ ਤਰ੍ਹਾਂ ਲੋਕਾਂ ਤੱਕ ਉਹ ਜਿਹੜੀ ਸੇਵਾ ਹੈ ਜਾਂ ਜਿਹੜੀ ਚੀਜ਼ਾਂ ਲੋਕਾਂ ਤੱਕ ਕਿੱਦਾਂ ਪਹੁੰਚਣ। ਪਰ ਜਲਦ ਤੋਂ ਜਲਦ ਤੁਹਾਨੂੰ ਜ਼ਰੂਰ ਇਨਫੋਰਮ ਕੀਤਾ ਜਾਏਗਾ। ਇਨ ਫਿਊਚਰ ਜਿਹੜੀ ਵੀ ਤੁਸੀਂ ਪਾਰਟੀ ਸਿਸਟਰ ਜਾਂਦੇ ਨੇ, ਕੀ ਤੁਸੀਂ ਉਸ ਪਾਰਟੀ ਲਈ ਸਟਾਰ ਪ੍ਰਚਾਰਕ ਬਣੋਗੇ ਜਾਂ ਫਿਰ ਆਪਣੀ ਹੀ ਸਿਸਟਰ ਦੇ ਲਈ ਸਿਰਫ ਇਕੱਲਾ ਪ੍ਰਚਾਰ ਕਰੋਗੇ? ਦੇਖੋ ਮੈਂ ਹਮੇਸ਼ਾ ਮੈਂ ਜਿਹੜਾ ਤੁਸੀਂ ਸਵਾਲ ਹੈ ਬੜਾ ਅੱਛਾ ਸਵਾਲ ਹੈ। ਮੈਂ ਸਿਰਫ ਆਈਡੀਓਲੋਜੀ ਦਾ ਪ੍ਰਚਾਰ ਕਰ ਸਕਦਾ। ਮੈਨੂੰ ਕੋਈ ਵੀ ਪਾਰਟੀ ਮੈਨੂੰ ਇਹ ਨਹੀਂ ਕਹਿ ਸਕਦੀ ਕਿ ਮੈਂ ਹਮੇਸ਼ਾ ਜਦੋਂ ਵੀ ਕਿਸੇ ਨਾਲ ਗੱਲ ਕੀਤੀ ਸੀ ਕਿ ਮੈਂ ਆਈਡੀਓਲੋਜੀਜ਼ ਜਿਹੜੀਆਂ ਹੈਗੀਆਂ ਨਾ ਮੈਂ ਆਪਣੀਆਂ ਨੂੰ ਫੋਲੋ ਕਰਨਾ ਚਾਹਾਂਗਾ। ਜੇ ਕੋਈ ਮੈਨੂੰ ਪਾਰਟੀ ਮੈਂ ਕਦੀ ਜ਼ਿੰਦਗੀ ਜਾਵਾਂ ਔਰ ਮੈਨੂੰ ਕਹੇਗੀ ਯਾਰ ਤੂੰ ਸਾਡਾ ਉਸ ਪਾਰਟੀ ਨਾਲ ਦੂਸਰੀ ਪਾਰਟੀ ਨਾਲ ਪੰਗਾ ਚੱਲ ਰਿਹਾ, ਤੂੰ ਉਹਦੇ ਬਾਰੇ ਟਵੀਟ ਕਰ ਦੋ, ਉਹਦੇ ਬਾਰੇ ਕੁਝ ਬੁਰਾ ਕਰ ਦੋ, ਮੈਂ ਨਹੀਂ ਕਹਾਂਗਾ। ਜੇ ਮੈਂ ਕਨਵਿੰਸ ਨਹੀਂ ਹਾਂ ਮੈਂ ਨਹੀਂ ਕਹਾਂਗਾ। ਅਕਸਰ ਹੁੰਦਾ ਹੈ ਕਿ ਇੱਕ ਬੰਦਾ ਜਦੋਂ ਇੱਕ ਪਾਰਟੀ ਦਾ ਕੋਈ ਬਿਆਨ ਆਉਂਦਾ ਹੈ ਤੇ ਸਾਰੇ ਲੀਡਰ ਮਗਰ ਪੈ ਕੇ ਉਹਨਾਂ ਨੂੰ ਫੋਲੋ ਕਰਨਾ ਪੈਂਦਾ। ਔਰ ਕਈ ਵਾਰ ਹੁੰਦਾ ਕਿ ਉਹ ਲੀਡਰਸ ਨੂੰ ਵਿਸ਼ਵਾਸ ਨਹੀਂ ਹੁੰਦਾ ਜਾਂ ਕਨਵਿੰਸ ਨਹੀਂ ਹੁੰਦੇ ਕਿ ਅਸੀਂ ਠੀਕ ਕਰਦੇ। ਬਟ ਮੈਂ ਸਾਰਿਆਂ ਨੂੰ ਇਹੀ ਕਹਿੰਦਾ ਕਿ ਮੇਰੀ ਜੋ ਸੋਚ ਹੈ ਮੈਂ ਆਪਣੀ ਸੋਚ ਲੈ ਕੇ ਚੱਲਦਾ। ਮੈਂ ਗਲਤ ਹੀ ਹੋ ਸਕਦਾ, ਮੈਂ ਸਿੱਖ ਜਾਵਾਂਗਾ ਦੁਬਾਰਾ। ਬਟ ਆਈ ਥਿੰਕ ਇੰਪੋਰਟੈਂਟ ਇਹ ਹੈ ਕਿ ਜਿਹੜੀ ਜੰਗ ਹੈ ਖੁਦ ਲੜਨੀ ਚਾਹੀਦੀ ਹੈ। ਮਾਲਵਿਕਾ ਅੱਜ ਤੁਹਾਡੇ ਸਾਹਮਣੇ ਇਸ ਲਈ ਉਹਨੇ ਕਿਹਾ ਕਿ ਮੈਂ ਅੱਗੇ ਆਉਣਾ ਚਾਹੂੰਗੀ ਕਿਉਂਕਿ ਉਹਦੀ ਇੱਕ ਆਪਣੀ ਜਰਨੀ ਰਹੀ ਹੈ। ਪਿਛਲੇ ਟਾਈਮ ਤੁਸੀਂ ਦੇਖਦੇ ਰਹੋ, ਤੁਹਾਨੂੰ ਸਾਰਿਆਂ ਨੂੰ ਬਹੁਤ ਚੰਗੀ ਤਰ੍ਹਾਂ ਮਿਲੀ ਹੈ। ਤੁਸੀਂ ਹੁਣ ਵੀ ਸਾਰੇ ਪਰਿਵਾਰ ਵਾਲੇ ਉਹਨੂੰ ਗਾਈਡ ਵੀ ਕਰੋ ਕਿ ਮਾਲਵਿਕਾ ਜੀ ਤੁਸੀਂ ਇੱਦਾਂ ਕਰਨਾ ਚਾਹੀਦਾ ਜਾਂ ਸ਼ਹਿਰ ਲਈ ਪੰਜਾਬ ਲਈ ਆਹ ਕਰਨਾ ਚਾਹੀਦਾ। ਇਹ ਸਿੱਖਣ ਨੂੰ ਬਹੁਤ ਹੈ। ਮੈਂ ਹਮੇਸ਼ਾ ਕਹਿੰਦਾ ਵੱਡਾ ਲੀਡਰ ਉਹ ਜਿਹੜਾ ਸਿੱਖਣ ਨੂੰ ਰੈਡੀ ਹੈ, ਜਿਹਨੂੰ ਸਭ ਕੁਝ ਆਉਂਦਾ ਲੀਡਰ ਨਹੀਂ। ਫਿਰ ਵੀ ਚਰਚਾਵਾਂ ਵੀ ਚੱਲ ਰਹੀਆਂ ਕਿ ਪੰਜਾਬ ਦਾ ਭਲਾ ਕਰ ਸਕਦੀ ਹੈ। ਦੇਖੋ ਲੋਕ ਪੰਜਾਬ ਦਾ ਭਲਾ ਕਰ ਸਕਦੇ ਆ। ਪਾਰਟੀਆਂ ਸਿਰਫ ਨਾਮ ਹੁੰਦੀ ਹੈ, ਪਾਰਟੀਆਂ ਵਾਅਦੇ ਹੁੰਦੇ ਆ, ਪਾਰਟੀਆਂ ਇੱਕ ਸੋਚ ਹੁੰਦੀ ਹੈ, ਪਰ ਲੋਕੀ ਭਲਾ ਕਰ ਸਕਦੇ। ਮੈਂ ਹਮੇਸ਼ਾ ਸਾਰਿਆਂ ਨੂੰ ਇਹ ਕਹਿੰਦਾ ਪਾਰਟੀ ਨਾ ਚੁਣੋ, ਲੋਕ ਚੁਣੋ। ਪਿਛਲੇ ਦਿਨ ਤੁਸੀਂ ਕੀ ਗੱਲ ਕਹੀ ਸੀ ਸਰ ਕਿ ਮੈਨੀਫੈਸਟੋ ਦੇ ਨਾਲ ਐਫੀਡੇਵਿਟ ਲੈਣਾ ਚਾਹੀਦਾ ਹੈ। ਉਹਦੇ ਬਾਅਦ ਕਈ ਪਾਰਟੀਆਂ ਨੇ ਤੁਹਾਡਾ ਵਿਰੋਧ ਮਤਲਬ ਕਈ ਵਾਰ ਸੁਣਨ ਦੇ ਵਿੱਚ ਆਇਆ। ਇਹਦੇ ਬਾਅਦ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਮੇਰੀ ਸੋਚ ਹੈ ਹਮੇਸ਼ਾ ਆਪਾਂ ਅਕਸਰ ਜਦੋਂ ਵੀ ਦੇਖੋਗੇ 10 ਦੇ ਵਿੱਚੋਂ 8 ਜਣੇ ਹਮੇਸ਼ਾ ਖੁਸ਼ ਨਹੀਂ ਹੁੰਦੇ। ਔਰ ਇੰਨਾ ਈਜ਼ੀ ਨਹੀਂ ਹੈ ਇੱਕ ਬੰਦੇ ਲਈ ਇੰਨਾ ਕੰਮ ਕਰਨਾ ਹੈ, ਕੁਛ ਕਰਨਾ। ਪਰ ਤੁਸੀਂ ਇਹ ਵੀ ਸੋਚਦੇ ਹੋ ਕਿ ਉਮੀਦਾਂ ਨਾਲ ਜੁੜੇ ਹੁੰਦੇ। ਜਦੋਂ ਆਪਾਂ ਇੱਕ ਆਪਣਾ ਰਿਪਰੈਜ਼ੈਂਟੇਟਿਵ ਚੁਣਦੇ ਹਾਂ ਅੱਗੇ ਕਿ ਯਾਰ ਇਹ ਮੇਰਾ ਰਿਪਰੈਜ਼ੈਂਟੇਟਿਵ ਹੈ, ਇਹ ਮੇਰੇ ਗਲੀ ਮਹੱਲੇ ਠੀਕ ਕਰੂਗਾ, ਇਹ ਮੇਰੀ ਇਲਾਜ ਦਾ ਧਿਆਨ ਰੱਖੂਗਾ, ਮੇਰੀ ਐਜੂਕੇਸ਼ਨ ਦਾ ਧਿਆਨ ਰੱਖੂਗਾ, ਉਹ ਵਿਸ਼ਵਾਸ ਤੇ ਆਪਾਂ ਉਹ ਬੰਦੇ ਨਾਲ ਜੁੜਦੇ ਹਾਂ। ਉਹ ਵਿਸ਼ਵਾਸ ਮਾਪਿਓ ਤੋਂ ਜ਼ਿਆਦਾ ਵਿਸ਼ਵਾਸ ਹੁੰਦਾ ਹੈ। ਮਾਪਿਓ ਦਾ ਤਾਂ ਵੀ ਮਦਦ ਕਰਦੇ ਕਿਉਂਕਿ ਆਪਾਂ ਉਹਨਾਂ ਨੇ ਸਾਨੂੰ ਜਨਮ ਦਿੱਤਾ। ਲੇਕਿਨ ਜਦੋਂ ਆਪਾਂ ਇੱਕ ਰਿਪਰੈਜ਼ੈਂਟੇਟਿਵ ਚੁਣਦੇ ਹਾਂ ਉਹ ਰਿਪਰੈਜ਼ੈਂਟੇਟਿਵ ਉਹ ਹੁੰਦਾ ਜਿਹੜਾ ਸਾਨੂੰ ਇੱਕ ਐਸਾ ਹੈਲਥ ਕੇਅਰ ਸਿਸਟਮ ਦੇ ਕੇ ਜਾਊਗਾ, ਜਿਹੜਾ ਐਸਾ ਐਜੂਕੇਸ਼ਨ ਸਿਸਟਮ ਦੇ ਕੇ ਜਾਊਗਾ ਤਾਂ ਕਿ ਜਿਹੜੇ ਪਰਿਵਾਰ ਉਹ ਚੀਜ਼ਾਂ ਦਾ ਸਫ਼ਰ ਕਰਦੇ ਉਹਨਾਂ ਨੂੰ ਹੀ ਮਿਲੇ। ਜੇ ਉਹ ਬੰਦਾ ਫੇਲ ਹੋ ਜਾਂਦਾ ਫਿਰ ਆਪਣੀ ਜ਼ਿੰਦਗੀ ਦੇ 5 ਸਾਲ ਆਪਾਂ ਪਿੱਛੇ ਹੋ ਜਾਂਦੇ। ਤਾਂ ਮੈਂ ਉਹ ਜ਼ਰੂਰ ਕਿਹਾ ਸੀ ਕਿ ਹਰ ਬੰਦਾ ਜਿਹੜਾ ਵਾਅਦਾ ਕਰਦਾ ਉਹਦੇ ਇੱਕ ਐਗਰੀਮੈਂਟ ਜ਼ਰੂਰ ਸਾਈਨ ਕਰਾਓ। ਜੇ ਕੱਲ ਮਾਲਵਿਕਾ ਆਉਂਦੀ ਹੈ ਮੈਂ ਮਾਲਵਿਕਾ ਨਹੀਂ ਕਹੂੰਗਾ, ਇੱਕ ਐਗਰੀਮੈਂਟ ਸਾਈਨ ਕਰਕੇ ਜ਼ਰੂਰ ਦੇਈਓ ਸਾਰਿਆਂ ਨੂੰ ਕਿ ਮੈਂ ਦੇਖੋ ਇਹ ਤੁਹਾਨੂੰ ਵਾਅਦੇ ਕਰ ਰਹੀ ਹਾਂ। ਜੇ ਮੈਂ ਭੁੱਲੀ ਜਾਂ ਜੇ ਮੈਂ ਉਹਦੇ 'ਚ ਫੇਲ ਹੋਈ
ਤੇ ਮੇਰੇ ਸਾਹਮਣੇ ਤੁਸੀਂ ਮੈਨੂੰ ਪੁੱਛਿਓ ਇਹ ਸਵਾਲ ਕਿ ਮੈਂ ਕਿੱਥੇ ਗਲਤ ਹੈ ਔਰ ਮੈਨੂੰ ਗਾਈਡ ਕਰਿਓ। ਨੇਤਾ ਉਹ ਚਾਹੀਦਾ ਹੈ ਜਿਹੜਾ ਕੁਰਸੀ ਮਗਰ ਨਾ ਜਾਵੇ, ਕੁਰਸੀ ਉਹਨੂੰ ਧੱਕੇ ਨਾਲ ਲੈ ਕੇ ਆਵੇ। ਕੰਗਨਾ ਕਹਿੰਦੇ ਮੁੱਖ ਮੰਤਰੀਆਂ ਨੂੰ ਮਿਲ ਚੁੱਕੇ ਹੋ ਜੀ, ਤੁਸੀਂ ਚੰਨੀ ਸਾਹਿਬ ਨੂੰ ਵੀ ਮਿਲ ਚੁੱਕੇ ਹੋ, ਕੇਜਰੀਵਾਲ ਸਾਹਿਬ ਨੂੰ ਵੀ ਮਿਲ ਚੁੱਕੇ ਹੋ, ਕਿਹੜੇ ਚੰਗੇ ਲੱਗੇ, ਕਿਹਨਾਂ ਦੇ ਵਿਚਾਰ ਕੀ ਡਿਫਰੈਂਸ ਲੱਗਿਆ ਤੁਹਾਨੂੰ ਦੋਨੋਂ ਵਿੱਚ? ਦੇਖੋ ਦੋਨੋਂ ਅੱਛੇ ਹੈ। ਮੈਂ ਉਹੀ ਕਹਿੰਦਾ ਕਿ ਸੋਚ ਸਾਰਿਆਂ ਦੀ ਉਹੀ ਹੈ ਕਿ ਲੋਕਾਂ ਦਾ ਚੰਗਾ ਕੀਤਾ ਜਾਵੇ, ਲੇਕਿਨ ਜਿਹੜੀ ਤੁਹਾਡੀ ਸੋਚ, ਜਿਹੜੀ ਤੁਹਾਡੀ ਜ਼ਿੰਦਗੀ ਦੀ ਪਲੈਨਿੰਗ ਹੈ, ਉਹਨੂੰ ਤੁਸੀਂ ਕਿਸ ਤਰ੍ਹਾਂ ਇਨਕੋਰਪੋਰੇਟ ਕਰ ਸਕਦੇ ਹੈ, ਉਹ ਬੜਾ ਇੰਪੋਰਟੈਂਟ ਹੈ। ਮੈਂ ਜਦੋਂ ਵੀ ਗੱਲ ਕਰਦਾ, ਸਾਡਾ ਪਰਿਵਾਰ ਐਜੂਕੇਸ਼ਨ ਤੇ ਹੈਲਥ ਨਾਲ ਹਮੇਸ਼ਾ ਜੁੜਿਆ ਰਿਹਾ। ਮੈਂ ਜਿਵੇਂ ਕੱਲ ਦੇਖ ਰਿਹਾ ਸੀ ਕਿ ਡੇਂਗੀ ਬੜਾ ਫੈਲਿਆ ਹੋਇਆ ਇੱਥੇ ਪੰਜਾਬ ਦੇ ਵਿੱਚ। ਮੈਂ ਅਚਾਨਕ ਦੇਖਿਆ ਡੇਂਗੀ ਨਾਲ ਬੜੇ ਪਰਿਵਾਰ ਨੇ, ਉਹਨਾਂ ਕੋਲ ਕੁਝ ਨਹੀਂ ਹੁੰਦੇ, ਤੇ ਅੱਜ ਅਸੀਂ ਪ੍ਰੈਸ ਕਾਨਫਰੰਸ ਵੀ ਇਹੀ ਇਲਾਜ ਕਰ ਰਹੇ ਕਿ ਕੋਈ ਵੀ ਪੰਜਾਬ ਦੇ ਵਿੱਚ ਜਿਹੜਾ ਵੀ ਬੰਦਾ ਪਰਿਵਾਰ ਜਿਹੜਾ ਡੇਂਗੀ ਨਾਲ ਪ੍ਰਭਾਵਿਤ ਹੈ, ਇਲਾਜ ਨਹੀਂ ਕਰਵਾ ਪਾਉਂਦਾ, ਉਹ ਹਰ ਪਰਿਵਾਰ ਨੂੰ ਸਾਡੇ ਵੱਲੋਂ 5000 ਰੁਪਏ ਦੀ ਰਕਮ ਹਮੇਸ਼ਾ ਦਿੱਤੀ ਜਾਏਗੀ। ਉਹ ਹਸਪਤਾਲਾਂ 'ਚ ਅਸੀਂ ਦੇਵਾਂਗੇ, ਉਸ ਇਲਾਜ ਦਾ ਅਸੀਂ ਕਰਾਂਗੇ ਤਾਂ ਕਿ ਉਹਨਾਂ ਨੂੰ ਤਕਲੀਫ ਨਾ ਆਏ। ਕਿਉਂਕਿ ਮੈਂ ਕਈ ਪਰਿਵਾਰਾਂ ਨੂੰ ਕੱਲ੍ਹ ਦੇ ਵਿੱਚ ਵੀ ਮਿਲਿਆ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਇਲਾਜ ਕਰਾਉਣ ਦੇ ਪੈਸੇ ਨਹੀਂ ਸੀ, ਤੇ ਅਸੀਂ ਉਹ ਵੀ ਅਸੀਂ ਅਨਾਉਂਸ ਕਰਨਾ ਚਾਹੁੰਦੇ ਕਿ 5000 ਦੀ ਰਕਮ ਹਰ ਡੇਂਗੀ ਪਰਿਵਾਰ ਜਿਹੜਾ इलाज करवा रहे हैं किसी भी अस्पताल ਦੇ ਵਿੱਚ ਅਸੀਂ ਉਹਨਾਂ ਦੀ ਮਦਦ ਕਰਾਂਗੇ। और सोनू जी, एजुकेशन और हेल्थ के अलावा आप सिस्टम में क्या कमियां समझते हो जिन्हें हमें आने वाले टाइम में पूरा करना मैं एक और बड़ी चीज मैं एक देखी, मैं ਜਿਵੇਂ ਡੇਂਗੀ ਦੇ ਨਾਲ ਮੈਂ ਦੇਖਿਆ ਕਿ ਡਾਇਲਿਸਿਸ ਦੀ ਬੜੀ ਲੋਕਾਂ ਨੂੰ ਪ੍ਰੋਬਲਮ ਸੀ ਕਿ ਡਾਇਲਿਸਿਸ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਕਰਨ ਦੇ। ਮੈਂ ਅੱਜ ਇਹ ਵੀ ਬੜਾ ਇੰਪੋਰਟੈਂਟ ਦਿਨ ਹੈ ਜਿੱਥੇ ਅਸੀਂ ਅਨਾਉਂਸ ਕਰਨਾ ਚਾਹੁੰਦੇ ਕਿ ਜਿਹੜੇ ਲੋਕਾਂ ਨੂੰ ਡਾਇਲਿਸਿਸ ਦੀ ਲੋੜ ਹੈ ਉਹਨਾਂ ਲਈ ਫ੍ਰੀ ਡਾਇਲਿਸਿਸ ਅਸੀਂ ਕਰਾਵਾਂਗੇ। ਉਹ ਆਣ ਅਸੀਂ ਉਹਨਾਂ ਦੇ ਕਾਰਡ ਬਣਾ ਕੇ ਦੇਵਾਂਗੇ ਤਾਂ ਕਿ ਉਹਨਾਂ ਦਾ ਫ੍ਰੀ ਡਾਇਲਿਸਿਸ ਹੋ ਜਾਵੇ। ਤਾਂ ਕਿ ਉਹ ਵੀ ਕੋਈ ਬੜਾ ਇੰਪੋर्टेंट है ਜਿਹੜਾ मैं लोगों ने देखा सफर करते हुए। आई थिंक सर किधर फाउंडेशन ये कब से शुरू होगा जी डायलिसिस का जो है? आज सर अभी से शुरू हो गया। अब जैसे ही लोग किसी को कोई भी ऐसी तकलीफ है, डेंगू की तकलीफ है, डायलिसिस की तकलीफ है, वो आइए, विल मेक श्योर। एक्चुअली सर जिन लोगों का कार्ड भी बना हुआ है उनको पीछे से पेमेंट नहीं आ रही है, हॉस्पिटल वाले अटेंड नहीं कर रहे हैं। डिस्ट्रिक्ट मोगा के आई हैव केसेस जो दूसरे डिस्ट्रिक्ट में जाके कोई ना कोई संस्था उनको संभाल रही है और दे आर गेटिंग डायलिसिस फ्रॉम देयर। ਉਹਨਾਂ ਨੂੰ ਮੋਗਾ ਵਾਲਿਆਂ ਨੂੰ ਕਿਸੇ ਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ। ਉਹ ਤੁਹਾਨੂੰ ਤੁਸੀਂ ਸਾਡੇ ਰਿਪਰੈਜ਼ੈਂਟੇਟਿਵ ਬਣੋ, ਤੁਸੀਂ ਸਾਡੇ ਹਿੱਸਾ ਬਣੋ ਪਰਿਵਾਰ ਦਾ, ਸਾਨੂੰ ਗਾਈਡ ਕਰੋ। ਉਹਨਾਂ ਦੇ ਨੰਬਰ ਨਾਮ ਜੋ ਵੀ ਅਸੀਂ ਉਹਨਾਂ ਦੇ ਕਾਰਡ ਬਣਾ ਕੇ ਵਿਲ ਮੇਕ ਸ਼ੋਰ ਕਿ ਉਹਨਾਂ ਨੂੰ ਸ਼ਹਿਰ ਤੋਂ ਬਾਹਰ ਟਰੈਵਲ ਨਹੀਂ ਕਰਨਾ ਪਊਗਾ। ਉਹਨਾਂ ਦੇ ਸਾਰੇ ਇਲਾਜ ਮੋਗੇ ਸ਼ਹਿਰ। ਸਰ ਆਪ ਪੰਜਾਬ ਦੇ ਪੁੱਤਰ ਹੋ, ਪੰਜਾਬ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ? ਦੇਖੋ ਮੈਂ ਹਮੇਸ਼ਾ ਪੰਜਾਬ ਨੂੰ ਕਹਿੰਦੇ ਨੇ ਸੋਨੇ ਦੀ ਚਿੜੀਆ, ਹਰ ਬਹੁਤ ਜ਼ਿਆਦਾ ਅੱਛੇ ਮਤਲਬ ਪ੍ਰੋਸਪੈਰਿਟੀ ਹੈ। ਹਜੇ ਵੀ ਲੋਕੀ ਜਦੋਂ ਜਾਂਦੇ ਪ੍ਰੋਸਪੈਰਿਟੀ ਹੈ। ਮੈਂ ਵਿੱਚ ਚਾਲੇ ਤੇਲੰਗਾਨਾ ਚ ਗਿਆ ਸੀ, ਉੱਥੇ ਜਦੋਂ ਸੀਐਮ ਸਾਰਿਆਂ ਨੂੰ ਮਿਲਿਆ ਤਾਂ ਉੱਥੇ ਕਮਾਲ ਦਾ ਐ ਲੱਗਦਾ ਤੁਹਾਨੂੰ ਕਿ ਇਹ ਫੋਰਨ ਕੰਟਰੀਜ਼ ਬਣ ਗਿਆ। ਆਈਟੀ ਇੰਡਸਟਰੀਜ਼ ਇੰਨੀਆਂ ਬੇਸ਼ੁਮਾਰ ਤਰੱਕੀਆਂ ਨੇ, ਜੌਬਸ ਬਹੁਤ ਨੇ। ਪੰਜਾਬ ਸਾਰਿਆਂ ਨੂੰ ਵੱਡੀ ਪ੍ਰੋਬਲਮ ਹੈ ਰੋਜ਼ਗਾਰ ਦੀ। ਰੋਜ਼ਗਾਰ ਜਦੋਂ ਲੋਕਾਂ ਨੂੰ ਨਹੀਂ ਮਿਲਦਾ ਉਹ ਨਸ਼ਿਆਂ 'ਚ ਜਾਂਦੇ ਨੇ। ਮੈਂ ਆਲਰੇਡੀ ਅਸੀਂ ਨਸ਼ਿਆਂ ਦੇ ਕੰਮ ਕਰਦੇ ਹਾਂ। ਅਸੀਂ ਹਜ਼ਾਰਾਂ ਬੱਚਿਆਂ ਨਾਲ, ਹਜ਼ਾਰਾਂ ਪਰਿਵਾਰਾਂ ਨਾਲ ਮੈਂ ਆਲਰੇਡੀ ਜੁੜ ਚੁੱਕਾ। ਉਹਨਾਂ ਦੇ ਇਲਾਜ ਵੀ ਸ਼ੁਰੂ ਹੋ ਚੁੱਕੇ ਹੈ। 64 NGOs ਨੇ ਪੰਜਾਬ ਦੇ ਵਿੱਚ ਜਿਹੜੀ ਨਸ਼ਿਆਂ ਦੇ ਕੰਮ ਕਰਦੇ ਸੀ, ਮੈਂ ਸਾਰਿਆਂ ਨਾਲ ਜੁੜਿਆ, ਉਹਨਾਂ ਦੇ ਇਲਾਜ ਸ਼ੁਰੂ ਕਰ ਚੁੱਕੇ ਅਸੀਂ ਆਲਰੇਡੀ। ਜੇ ਰੋਜ਼ਗਾਰ ਹੋਊਗਾ ਤੇ ਨਸ਼ਿਆਂ ਦੇ ਕੰਮ ਆਟੋਮੈਟਿਕਲੀ ਬੰਦ ਹੋਣਗੇ। ਰੋਜ਼ਗਾਰ ਕਰਨਾ ਨਹੀਂ। ਇੱਥੇ ਇੰਡਸਟਰੀਜ਼ ਨਹੀਂ। ਤੁਸੀਂ ਆਹ ਸੋਚੋ ਕਿ ਜਦੋਂ ਆਪਾਂ ਪਿੰਡਾਂ 'ਚ ਜਾਂਦੇ ਹਾਂ, ਮੈਂ ਪਿੰਡਾਂ 'ਚ ਜਾ ਕੇ ਇੱਕਦਮ ਸਾਂਸਾਂ ਬੋਲਦੇ ਖਾਲੀ। ਸਰ ਨਸ਼ੇ ਤੇ ਕਾਬੂ ਬਿਲਕੁਲ ਨਹੀਂ ਪੈ ਰਿਹਾ ਹਾਲੇ ਤੱਕ ਪੰਜਾਬ ਦੇ। ਯੂਥ ਬਾਹਰ, ਮੈਨੂੰ ਆਹ ਦੇਖੋ, ਜਦੋਂ ਪਿੰਡਾਂ ਦੇ ਲੋਕੀ ਬਾਹਰ ਜਾ ਕੇ ਵੀ ਖੁਸ਼ ਨਹੀਂ ਨੇ, ਬਾਹਰ ਜਾ ਕੇ ਲੋਕੀ ਤਕਲੀਫ ਦੇ ਵਿੱਚ ਨੇ। ਲੋਕੀ ਕਹਿਣ ਨੂੰ ਤਾਂ ਲੋਕੀ ਕੈਨੇਡਾ ਚਲੇ ਗਏ, ਅਮਰੀਕਾ ਚਲੇ ਗਏ ਹੋਣੇ, ਪਰ ਅੱਜ ਵੀ ਜਾ ਕੇ ਉਹਨਾਂ ਨੂੰ ਉੱਥੇ ਖਾਣ ਪੀਣ ਦੀ ਬਹੁਤ ਦਿੱਕਤ ਨੇ, ਬੜੇ ਅਫਸੋਸ ਨੇ। ਮਾਂ ਪਿਓ ਇੱਥੇ ਇਕੱਲੇ ਰਹਿ ਗਏ ਨੇ। ਅੱਜ ਸੋਚੋ ਜਦੋਂ ਪਿੰਡਾਂ 'ਚ ਯੂਥ ਨਹੀਂ ਹੈਗਾ, ਇੱਥੇ ਲੋਕੀ ਮੈਰਿਜ ਪੈਲੇਸ ਬਣਾਈ ਜਾਂਦੇ, ਕੁਛ ਕਾਲਜਸ ਬੰਦ ਹੋ ਰਹੇ ਨੇ ਕਿਉਂਕਿ ਉਹਨਾਂ ਨੂੰ ਹੁੰਦਾ ਕਿ ਛੋਟਾ ਜਿਹਾ ਕੋਰਸ ਕਰੋ 6 ਮਹੀਨੇ ਦਾ ਚਲੋ ਬਾਹਰ। ਉਹ ਕਾਲਜਸ ਦੀ ਐਜੂਕੇਸ਼ਨ ਨਹੀਂ ਹੈ, ਰੋਜ਼ਗਾਰ ਨਹੀਂ ਹੈ। ਜਦੋਂ ਲੋਕਾਂ ਨੇ ਇੱਥੇ ਰਹਿਣਾ ਨਹੀਂ, ਵਿਆਹ ਨਹੀਂ ਹੋਣੇ, ਉਹ ਹਰ ਚੀਜ਼ ਜਿਹੜੀ ਹੈ ਨਾ ਇੱਕ ਸਾਈਕਲ ਜੁੜਿਆ ਹੋਇਆ। ਉਹ ਤਦ ਹੀ ਹੋ ਸਕਦਾ ਜਦੋਂ ਉਹ ਰੋਜ਼ਗਾਰ ਮਿਲੇ। ਮੈਂ ਜਦੋਂ ਤੇਲੰਗਾਨਾ ਗਵਰਨਮੈਂਟ ਦੇ ਨਾਲ ਮਿਲਿਆ, ਮੈਂ ਉਹਨਾਂ ਨੇ ਵੀ ਗੱਲ ਕੀਤੀ। ਮੈਂ ਕਿ ਮੇਰੀ ਬੜੀ ਇੱਛਾ ਹੈ ਕਿ ਜੋ ਤੁਸੀਂ ਆਪਣੀ ਸਟੇਟ ਲਈ ਕਰ ਪਏ, ਪੰਜਾਬ ਲਈ ਹੋ ਪਏ, ਇੱਥੇ ਆਈਟੀ ਇੰਡਸਟਰੀਜ਼ ਲੈ ਕੇ ਆਈਏ, ਇੱਥੇ ਉਹ ਪਲੇਟਫਾਰਮ ਦਈਏ ਜਿਹੜੇ ਨਹੀਂ ਹੋ ਸਕਣ। ਮੈਂ ਉਹਨਾਂ ਦੇ ਆਈਟੀ ਮਿਨਿਸਟਰਸ ਨਾਲ, ਉਹਨਾਂ ਦੇ ਸਾਰੇ ਬਿਊਰੋਕਰੈਟਸ ਨਾਲ ਮਿਲਿਆ। ਮੈਂ ਉਹਨਾਂ ਤੋਂ ਪਲਾਨਸ ਵੀ ਲਿੱਤੇ ਕਿ ਕਿਸ ਤਰ੍ਹਾਂ ਹੋ ਸਕੇ। ਮੇਰੀ ਕੋਸ਼ਿਸ਼ ਇਹ ਰਹੇਗੀ ਕਿ ਸਿਸਟਮ ਦੇ ਵਿੱਚ ਐਸਾ ਸਿਸਟਮ ਲੈ ਕੇ ਆਏ ਕਿ ਲੋਕੀ ਬਾਹਰੋਂ ਆਣ, ਫੋਰਨ ਕੰਟਰੀ 'ਚ ਪੰਜਾਬ ਜਾਣ, ਇੱਥੇ ਮੋਗੇ ਹੋਣ, ਕਿਤੇ ਹੋਣ, ਜਿਹੜੇ ਵੀ ਜਿੱਥੇ ਪੰਜਾਬ 'ਚ ਐਸੀਆਂ ਇੰਡਸਟਰੀਜ਼ ਲੱਗੇ ਨੇ, ਐਸੀਆਂ ਆਈਟੀ ਇੰਡਸਟਰੀਜ਼ ਆਣ ਕਿ ਲੋਕੀ ਕਹਿੰਦੇ ਚਲੋ ਪੰਜਾਬ ਚੱਲੀਏ। ਆਈ ਥਿੰਕ ਉਹ ਮੇਰਾ ਡ੍ਰੀਮ ਹੈ। ਸਰ ਇੱਕ ਕੰਪੈਰੀਜ਼ਨ ਨਿੱਕਾ ਜਿਹਾ ਕਰ ਸਰ ਪਹਿਲ ਦੇ ਆਧਾਰ ਤੇ ਕਿਹੜੇ ਮੁੱਦੇ ਹੱਲ ਕੀਤੇ ਜਾਣਗੇ? ਕੇਜਰੀਵਾਲ ਸਾਹਿਬ ਨੂੰ ਜਦੋਂ ਮਿਲ ਕੇ ਗਏ ਅਗਲੇ ਦਿਨ ਹੀ ਸਿਸਟਮ ਨੇ ਜਿਹੜਾ ਹੈ ਤੁਹਾਡੇ ਤੇ ਰੇਟ ਕੀਤੀ ਆ ਆਪਣੀ ਇਨਕਮ ਟੈਕਸ ਰੇਟ। ਸਰ ਲੱਗਦਾ ਹੈ ਕਿ ਸਿਸਟਮ ਹੈ ਤੁਹਾਡੇ ਇੱਕ ਪਰਿਵਾਰ ਦੇ ਮੈਂਬਰ ਨਾਲ ਜਾਂ ਇਹ ਚੀਜ਼ ਬਦਲ ਸਕਦੀ ਹੈ, ਲੱਗਦਾ ਤੁਹਾਨੂੰ? ਦੇਖੋ ਮੈਨੂੰ ਲੱਗਦਾ ਨਾ ਕਿ ਜਦੋਂ ਤੁਹਾਨੂੰ ਜ਼ਿੰਦਗੀ 'ਚ ਮੁਸ਼ਕਲਾਂ ਆਉਂਦੀਆਂ
ਤੇ ਤੁਸੀਂ ਅਕਸਰ ਉਹ ਮੁਸ਼ਕਿਲਾਂ ਦੇ ਕਾਰਨ ਛੱਡ ਦਿੰਦੇ ਹੋ। ਤੁਹਾਡੀ ਜਿਹੜੀ ਜੰਗ ਹੈ, ਜਿਹੜੀ ਤੁਸੀਂ ਜੰਗ ਫੜੀ ਸੀ, ਛੱਡ ਦਿੰਦੇ ਹੋ। ਯਾਰ ਇਹ ਤਾਂ ਮੇਰੇ ਨਾਲ ਬੜਾ ਮੁਸ਼ਕਿਲ ਹੋ ਗਿਆ, ਮੈਂ ਛੱਡਦਾ ਜਿਹੜਾ ਮੈਂ ਕੰਮ ਕਰਨ ਗਿਆ। ਆਈ ਥਿੰਕ ਉਹ ਤੁਹਾਡਾ ਟੈਸਟਿੰਗ ਵਾਟਰਸ ਹੁੰਦਾ। ਉਹ ਤੁਹਾਨੂੰ ਸਿਖਾਉਂਦਾ ਹੈ ਕਿ ਤੁਸੀਂ ਛੱਡਣ ਲਈ ਸ਼ੁਰੂ ਕੀਤਾ ਸੀ ਕਿ ਜ਼ਿੰਦਗੀ ਭਰ ਉਹਨੂੰ ਜਾਰੀ ਰੱਖਣ ਲਈ ਸ਼ੁਰੂ ਕੀਤਾ ਸੀ। ਮੈਨੂੰ ਬੜੀਆਂ ਮੁਸ਼ਕਿਲਾਂ ਆਈਆਂ ਜਦੋਂ ਮੈਂ ਪਹਿਲੀ ਵੇਵ ਸ਼ੁਰੂ ਕੀਤੀ, ਤਾਂ ਅੱਜ ਤੱਕ ਵੀ ਮੁਸ਼ਕਿਲਾਂ ਬੜੀਆਂ ਆਉਂਦੀਆਂ ਰਹਿੰਦੀਆਂ ਅਲੱਗ-ਅਲੱਗ। ਬਟ ਇਹ ਜੰਗ ਮੈਂ ਬੰਦ ਕਰਨ ਲਈ ਸ਼ੁਰੂ ਨਹੀਂ ਕੀਤੀ, ਇਹ ਜੰਗ ਹੋਰ ਅੱਗੇ ਵਧਣ ਲਈ ਸ਼ੁਰੂ ਕੀਤੀ ਹੈ। ਫਰਕ ਨਹੀਂ ਪੈਂਦਾ ਕਿ ਕਿੰਨੀਆਂ ਮੁਸ਼ਕਿਲਾਂ ਤੁਹਾਨੂੰ ਸੋਨੂ ਸੂਦ ਤੇ ਉਹਦਾ ਪਰਿਵਾਰ, ਮਾਲਵੀ ਦਾ ਸਭ ਲੋਕ ਹਮੇਸ਼ਾ ਲੋਕਾਂ ਲਈ ਖੜੇ ਮਿਲਣਗੇ। ਲਗੀ ਹੈ 4.5 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹੀ ਹੈ, ਉਸ ਤੋਂ ਬਾਅਦ ਚੰਨੀ ਸਾਹਿਬ ਰਹੇ। ਚੰਨੀ ਸਾਹਿਬ ਨੂੰ ਮਿਲ ਕੇ ਲੱਗ ਰਿਹਾ ਹੈ ਕਿ ਪੰਜਾਬ ਦੇ ਲੋਕ ਉਹਨਾਂ ਜਿਹੜਾ ਕਰ ਰਹੇ ਆ ਉਹ ਉਸ ਤੋਂ ਖੁਸ਼ ਆ ਉਸ ਚੀਜ਼ ਤੋਂ ਐਸ ਕੰਪੇਅਰ ਟੂ ਜਿਹੜੇ 4.5 ਸਾਲ ਰਹੇ ਆ ਸਰ। ਦੇਖੋ मैं ना कंपैरिजन नहीं कहूँगा, मैं करना चाहूँगा। आई थिंक अनफेयर रहूगा मेरी तरफों कि मैं कंपैरिजन कहूँ। आई थिंक कैप्टन सर ने भी बड़ा अच्छा काम किया है, चन्नी साहब भी बड़ी अच्छी कोशिश कर रहे हैं। मैं हमेशा ये गल करना कि पार्टियां उन्होंने मिनिस्टर्स, उन्होंने नाम, उन्होंने सारा तो वड्डी जिहड़ी चीज़ होंदी है ना, वो है आवाम, लोकी की सोचते उन्होंने बारे। ਤੁਹਾਡੇ ਮੇਰੇ ਕਹਿਣ ਦੇ ਨਾਲ ਮੈਂ ਕਹੂੰਗਾ ਕਿ ਫਲਾਣੇ ਨੂੰ ਸਪੋਰਟ ਕਰੋ, ਇਹਨੂੰ ਕਰੋ, ਉਹ ਸਭ ਝੂਠ ਹੈ। ਲੋਕਾਂ ਦੀ ਜਿਹੜੀ ਦਿਲੋਂ ਆਵਾਜ਼ ਆਉਂਦੀ ਉਹਨੂੰ ਸਪੋਰਟ ਕਰੋ, ਕੋਈ ਫਰਕ ਨਹੀਂ। ਮੈਂ ਹੁਣ ਵੀ ਕਹਿੰਦਾ ਮਾਲਵਿਕਾ ਮੇਰੇ ਸਾਹਮਣੇ ਬੈਠੀ ਹੈ, ਉਹਨੂੰ ਨਾ ਸਪੋਰਟ ਕਰਿਓ ਜੇ ਤੁਹਾਨੂੰ ਦਿਲੋਂ ਤੁਹਾਡੀ ਆਵਾਜ਼ ਨਹੀਂ ਆਉਂਦੀ। ਜਿਹੜੀ ਦਿਲੋਂ ਆਵਾਜ਼ ਆਉਂਦੀ ਹੈ ਉਹਨੂੰ ਸਪੋਰਟ ਕਰਿਓ। ਰੰਗ ਇੰਪੋਰਟੈਂਟ ਨਹੀਂ ਹੈ, ਪਾਰਟੀ ਇੰਪੋਰਟੈਂਟ ਨਹੀਂ ਹੈ, ਲੋਕ ਇੰਪੋਰਟੈਂਟ ਨਹੀਂ ਹੈ, ਤੁਹਾਡੀ ਸੋਚ ਇੰਪੋਰਟੈਂਟ, ਤੁਹਾਡੀ ਅੰਦਰ ਦੀ ਆਵਾਜ਼ ਇੰਪੋਰਟੈਂਟ। ਜੇ ਅੰਦਰ ਦਾ ਜਿਹੜੀ ਦਿਲ ਤੋਂ ਆਵਾਜ਼ ਆਉਂਦੀ ਹੈ ਨਾ, ਉਹ ਨਹੀਂ। ਆਪਾਂ ਅਕਸਰ ਹਮੇਸ਼ਾ ਪਰਿਵਾਰਾਂ 'ਚ ਕਹਿੰਦੇ ਯਾਰ ਮੇਰਾ ਪਰਿਵਾਰ ਨਾ, ਮੇਰੇ ਮਾਂ ਪਿਓ ਉਹ ਫਲਾਨੀ ਪਾਰਟੀ ਨੂੰ ਵੋਟ ਦਿੰਦੇ ਸੀ, ਪੁੱਤਰਾ ਤੂੰ ਵੀ ਉਹਨੂੰ ਵੋਟ ਦੇਈ। ਉਹ ਪੁੱਤਰ ਜਾਂਦਾ ਉੱਥੇ ਜਾ ਕੇ ਵੋਟ ਲਾਉਂਦਾ, ਉਹ ਅਗਲੇ ਪੁੱਤਰ ਨੂੰ ਉਹੀ ਸਿਖਾਉਂਦਾ, ਪੁੱਤਰਾ ਅਸੀਂ ਆਹ ਪਾਰਟੀ ਨੂੰ ਸਪੋਰਟ ਕਰਦੇ, ਉਸੇ ਨੂੰ ਸਪੋਰਟ ਕਰ। ਇਹ ਜਿਹੜੀ ਜਨਰੇਸ਼ਨਸ ਦਾ ਵਿਸ਼ਵਾਸ ਹੈ, ਉਹਨੂੰ ਉਹ ਤੋਂ ਬਾਹਰ ਨਿਕਲਣਾ ਬੜਾ ਜ਼ਰੂਰੀ ਹੈ। ਸਰ ਇੱਕ ਛੋਟਾ ਸਵਾਲ, ਸਰ ਤੁਸੀਂ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ, ਇੱਥੇ ਦੇ ਹਾਲਾਤਾਂ ਨੂੰ ਲੈ ਕੇ ਕੀ ਤੁਸੀਂ ਚਾਹੋਗੇ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਫਿਲਮ ਬਣਾਓ ਜਿਹੜੀ ਪੂਰੀ ਦੁਨੀਆ ਦੇ ਵਿੱਚ ਅਵੇਅਰ ਕਰਨ ਵਾਸਤੇ ਕੋਈ ਇਸ ਤਰ੍ਹਾਂ ਸਿਸਟਮ ਜਦ ਬਣੇ? ਇਹ ਤਾਂ ਬਣਨੀਆਂ ਚਾਹੀਦੀਆਂ। ਮੈਨੂੰ ਲੱਗਦਾ ਹਜੇ ਵੀ ਹੈ ਕਿ ਫਿਲਮਾਂ ਜਿਹੜੀਆਂ ਨਾ ਹਜੇ ਵੀ ਬੜੀਆਂ ਮੋਮੈਂਟਰੀ ਨੇ। ਉਹ 2.5-3 ਘੰਟੇ ਦੀ ਪਿਕਚਰ ਹੁੰਦੀ, ਲੋਕਾਂ ਨੂੰ ਅਸਰ ਹੁੰਦਾ ਹੈ ਯਾਰ ਦੇਖੋ ਬੜਾ ਅੱਛਾ ਕੰਮ ਕੀਤਾ, ਫਿਰ ਉਹ ਭੁੱਲ ਜਾਂਦੇ ਨੇ। ਲੇਕਿਨ ਜਿਹੜੀ ਚੀਜ਼ ਬਦਲਾਵ ਲੈ ਕੇ ਆ ਸਕਦੀ ਹੈ, ਉਹ ਲੋਕ ਤੇ ਉਹਨਾਂ ਦੀ ਸੋਚ ਲੈ ਕੇ ਆ ਸਕਦੀ ਹੈ, ਲੀਡਰਸ ਲੈ ਕੇ ਆ ਸਕਦੇ ਕਿ ਜਿਹੜਾ ਕੰਮ ਫੜਨ। ਇਹ ਨਹੀਂ ਕਿ ਜੇ ਬਾਈ ਚਾਂਸ ਇਲੈਕਸ਼ਨਸ ਨੇ ਤਦ ਆਪਾਂ ਅੱਛਾ ਕੰਮ ਕਰੀਏ, ਪੂਰੀ ਜ਼ਿੰਦਗੀ ਚੱਲਦਾ ਰਹਿਣਾ ਚਾਹੀਦਾ ਕੰਮ, ਪੂਰਾ ਸਿਸਟਮ ਹਮੇਸ਼ਾ ਚੱਲਦੇ ਰਹਿਣਾ ਚਾਹੀਦਾ। ਨਾਇਕ ਫਿਲਮ ਨੂੰ ਲੈ ਕੇ ਜੀ ਆਪਾਂ ਦੇਖੀਏ, ਅੱਜ ਦੇ ਹਾਲਾਤਾਂ ਨੂੰ ਲੈ ਕੇ ਦੇਖੀਏ, ਤੁਹਾਨੂੰ ਚਾਹੀਦਾ ਵੀ ਇਸ ਤਰ੍ਹਾਂ ਸਿਸਟਮ ਬਦਲਣਾ ਚਾਹੀਦਾ ਜੀ? 100% ਬਦਲਣਾ ਚਾਹੀਦਾ। ਮੈਂ ਕਹਿੰਦਾ ਜਿੰਨੇ ਸਿਸਟਮ ਵੀ ਬਦਲੂ, ਉਹਨਾਂ ਦੀ ਤਕਦੀਰਾਂ ਨਹੀਂ ਬਦਲਣਗੀਆਂ। ਸਿਸਟਮ ਬਦਲਣਾ ਵੀ ਤੁਸੀਂ ਹੈ, ਤੁਸੀਂ ਦੱਸਣਾ ਸਾਰਿਆਂ ਨੂੰ, ਤੁਸੀਂ ਅੱਗੇ ਲੀਡਰਾਂ ਕੋਲ ਜਾ ਖੜੇ ਕਰਨੇ ਕਿ ਬਹੁਤ ਸਾਨੂੰ ਆਹ ਚੀਜ਼ ਦੀ ਲੋੜ ਹੈ, ਮੇਕ ਸ਼ੋਰ ਇਟ ਹੈਪਨਸ, ਉਹਨਾਂ ਨੂੰ ਕਰਨਾ ਪਏਗਾ। ਮੈਂ ਪੰਜਾਬੀਆਂ ਨੂੰ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਕਿਸੇ ਦੀ ਨਾ ਸੁਣੀਓ, ਮੇਰੀ ਵੀ ਨਾ ਸੁਣੀਓ, ਕਿਸੇ ਦੀ ਨਾ ਸੁਣੀਓ, ਕਿਸੇ ਦੀ ਨਾ ਸੁਣੀਓ, ਆਪਣੇ ਦਿਲ ਦੀ ਸੁਣੀਓ। ਬਹੁਤ ਟਾਈਮ ਹੋ ਗਿਆ, ਛੋਟੇ ਹੁੰਦੇ ਤੇ ਆਪਾਂ ਵੱਡੇ ਹੋ ਗਏ, ਆਪਾਂ ਇਹ ਸੋਚਦੇ ਯਾਰ ਕਦੋਂ ਬਦਲੂਗਾ, ਕਦੋਂ ਬਦਲਾਵ ਆਊਗਾ, ਕੌਣ ਬੰਦਾ ਲਿਆ ਕੇ ਬਦਲਾਵ ਲੈ ਕੇ ਆਊਗਾ, ਪਰ ਆਪਾਂ ਇੰਤਜ਼ਾਰ ਹੀ ਕਰਦੇ ਰਹੇ। ਆਏ ਬਦਲਾਵ ਆਏ, ਲੋਕਾਂ ਨੇ ਬੜਾ ਚੰਗਾ ਕੰਮ ਕੀਤਾ, ਸਾਰਿਆਂ ਨੇ ਚੰਗਾ ਕੰਮ ਕੀਤਾ ਸਾਰੇ। ਮੈਂ ਕਿਸੇ ਲੀਡਰ ਦੇ ਬਾਰੇ ਕਦੀ ਵੀ, ਤੁਸੀਂ ਮੈਨੂੰ ਕਿਸੇ ਵੀ ਪਲੇਟਫਾਰਮ ਤੇ ਤਾਂ ਜ਼ਿੰਦਗੀ ਉਹਨਾਂ ਦੇ ਅਗੇਂਸਟ ਬੋਲਦਾ ਕਦੀ ਨਹੀਂ ਪਾਊਗਾ। ਮੈਂ ਕਿਸੇ ਨਾਲ ਵੀ ਜੁੜਿਆ ਹਾਂ, ਲੇਕਿਨ ਹੁਣ ਉਹ ਟਾਈਮ ਉਹ ਹੈ ਟਾਈਮ ਕਿ ਜਦੋਂ ਸਾਨੂੰ ਹੱਕ ਬਣਦਾ ਹੈ ਪੁੱਛਣ ਦਾ ਕਿ ਅਸੀਂ ਸਾਡੀਆਂ ਇਹ ਚੀਜ਼ਾਂ 'ਚ ਕਮੀਆਂ ਨੇ, ਇਹ ਸਾਡੀਆਂ ਚੀਜ਼ਾਂ ਕਦੋਂ ਸੁਧਾਰ ਕੇ ਦਿਓਗੇ। ਜੇ ਤੁਸੀਂ ਨਹੀਂ ਸੁਧਾਰ ਕੇ ਦਿਓਗੇ ਕਿ ਤੁਸੀਂ ਆਪਣਾ ਅਹੁਦਾ ਛੱਡੋਗੇ, ਤਾਂ ਅਸੀਂ ਤੁਹਾਡੇ ਨਾਲ ਜੁੜੀਏ, ਆਪਣੇ ਦਿਲ ਦੀ ਆਵਾਜ਼ ਸੁਣੀਏ। ਜਿਹੜਾ ਤੁਹਾਡਾ ਦਿਲ ਕਹੂਗਾ ਉਹੀ ਸੱਚ ਹੈ, ਉਸੇ ਨੂੰ ਫੋਲੋ ਕਰਿਓ, ਉਸੇ ਨੂੰ ਜਿਤਾਈਓ, ਉਸੇ ਦਾ ਹੱਥ ਫੜੀਓ। ਇੱਕ ਦਿਨ ਦਾ ਮੁੱਖ ਮੰਤਰੀ ਜਦੋਂ ਬਣਾਤਾ ਸੋਨੂ ਸੂਦ ਸਾਹਿਬ ਨੂੰ, ਕੀ ਚੇਂਜਸ ਹੋਣਗੇ ਸਰ? ਕੀ ਚੇਂਜਸ ਤੁਸੀਂ ਸੋਚਦੇ ਹੋ ਕਿ ਮੈਂ ਜੇ ਮੁੱਖ ਮੰਤਰੀ ਹੁੰਦਾ ਤਾਂ ਮੈਂ ਇਹ ਚੀਜ਼ ਕਰਦਾ? ਦੇਖੋ, ਮੈਂ ਹੈਲਥ ਕੇਅਰ, ਐਜੂਕੇਸ਼ਨ ਔਰ ਰੋਜ਼ਗਾਰ, ਇਹ 3 ਪਿਲਰਸ ਨੇ। ਮੈਂ ਤਿੰਨਾਂ ਤੇ ਐਸੇ ਇੰਡੀਵਿਜੂਅਲ ਸੋਨੂ ਸੂਦ ਨੇ ਕੰਮ ਕੀਤਾ ਹੈ। ਮੈਂ ਕਰੀਬਨ 4000 ਤੋਂ ਉੱਪਰ ਸਰਜਰੀਜ਼ ਕਰਾ ਚੁੱਕਾ ਹੈ, ਜਿਸ 'ਚ ਤੁਸੀਂ ਨਾਮ ਕਰੋ ਸਰਜਰੀ ਦਾ, ਲਿਵਰ ਟ੍ਰਾਂਸਪਲਾਂਟ, ਕਿਡਨੀ ਟ੍ਰਾਂਸਪਲਾਂਟ, ਬ੍ਰੇਨ ਟਿਊਮਰ, ਹਿਪ ਰਿਪਲੇਸਮੈਂਟ, ਨੀ ਰਿਪਲੇਸਮੈਂਟ, ਕੈਂਸਰਸ, ਸਭ ਦੀ ਸਪੋਰਟ ਕਰਦੇ। ਮੈਨੂੰ ਪਤਾ ਕਿ ਜਦੋਂ ਤੁਸੀਂ ਬੰਦੇ ਦੀ ਜਾਨ ਬਚਾਉਂਦੇ ਹੋ, ਪੂਰਾ ਪਰਿਵਾਰ ਬਚ ਜਾਂਦਾ। ਉਮੀਦ ਨਾਲ ਜੋ ਲੋਕਾਂ ਦੇ, ਉਮੀਦ ਬਹੁਤ ਵੱਡਾ ਸ਼ਬਦ ਹੈ, ਹੋਪ ਬਹੁਤ ਵੱਡਾ ਸ਼ਬਦ ਹੈ। ਜੋ ਲੋਕੀ ਆਉਂਦੇ ਆ ਇੱਕਦਮ ਚੀਜ਼ ਬਦਲ ਜਾਂਦੀ ਹੈ। ਆਈ ਥਿੰਕ ਹੈਲਥ ਕੇਅਰ ਬਹੁਤ ਇੰਪੋਰਟੈਂਟ ਹੈ। ਪੰਜਾਬ ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਸਫਰ ਕਰਦੇ ਲੋਕੀ, ਭਜਦੇ ਲੋਕੀ, ਡੀਐਮਸੀ ਭਜਦੇ ਆ, ਪੀਜੀਆਈ ਭਜਦੇ ਹਸਪਤਾਲ। ਇੱਥੇ ਕਿਉਂ ਨਹੀਂ ਆਪਣੇ ਕੋਲ ਹਸਪੀਟਲ? ਉਹ ਡਾਕਟਰਸ, ਉਹ ਸਿਸਟਮਸ, ਉਹ ਡਿਸਪੈਂਸਰੀਜ਼। ਪਿੰਡਾਂ ਦੇ ਵਿੱਚ ਮੈਂ ਬੜੇ ਲੋਕਾਂ ਨੂੰ ਭੇਜਿਆ ਪਿਛਲੇ ਕੁਝ ਟਾਈਮ 'ਚ, ਡਿਸਪੈਂਸਰੀਜ਼ ਨਹੀਂ ਹੈਗੀ ਉੱਥੇ, ਡਿਸਪੈਂਸਰੀਜ਼ ਖੁੱਲੀਆਂ, ਕੋਈ ਦਵਾਈਆਂ ਨਹੀਂ ਹੈਗੀਆਂ, ਵੈਟਰਨਰੀ ਡਾਕਟਰਸ ਨਹੀਂ ਹੈਗੇ ਕਿ ਕਿੱਥੋਂ ਉਹਨਾਂ ਦਾ ਇਲਾਜ ਹੋਊਗਾ। ਇਹ ਬੜਾ ਇੰਪੋਰਟੈਂਟ ਹੈ ਕਿ ਕਰਨਾ ਚਾਹੀਦਾ। ਆਈ ਥਿੰਕ ਹੈਲਥ ਕੇਅਰ, ਐਜੂਕੇਸ਼ਨ, ਪੜ੍ਹਾਈ, ਕਿਸੇ ਬੱਚੇ ਦੀ ਛੁੱਟਣੀ ਨਹੀਂ ਚਾਹੀਦੀ ਕਦੀ ਵੀ। ਹਰ ਇੱਕ ਬੱਚੇ ਨੂੰ ਪੜ੍ਹਨ ਦਾ ਹੱਕ ਹੈ, ਚਾਹੇ ਪ੍ਰਾਈਵੇਟ ਸਕੂਲਸ ਹੋਣ, ਚਾਹੇ ਸਰਕਾਰੀ ਸਕੂਲਸ ਹੋਣ, ਗਵਰਨਮੈਂਟ ਸਕੂਲ, ਹਰ ਬੱਚੇ ਦਾ ਪੜ੍ਹਨ ਦਾ ਹੱਕ ਹੈ। ਜੇ ਇੱਕ ਬੱਚਾ ਵੀ ਆਪਣੀ ਪੜ੍ਹਾਈ ਪੈਸੇ ਦੇ ਕਾਰਨ ਉਹਦੀ ਛੁੱਟ ਜਾਏ ਤੇ ਉਹ ਸਾਰਿਆਂ ਨਾਲੋਂ ਵੱਡੀ ਫੇਲ ਹੈ ਸਿਸਟਮ ਦਾ। ਅਸੀਂ ਸਾਰੇ ਫੇਲ ਹੁੰਦੇ। ਔਰ ਜਿਹੜੀ ਤੀਸਰੀ ਹੈ ਰੋਜ਼ਗਾਰ।
ਜੇ ਆਪਾਂ ਰੋਜ਼ਗਾਰ ਨਹੀਂ ਦੇ ਸਕਦੇ ਸਾਨੂੰ ਕਿਸੇ ਵੀ ਪਦਵੀ ਤੇ ਕਿਸੇ ਵੀ ਕੁਰਸੀ ਤੇ ਬੈਠਣ ਦਾ ਹੱਕ ਨਹੀਂ ਹੈ। ਇੱਕ ਰਾਜਨੀਤੀ 'ਚ ਨਵਾਂ ਚਿਹਰਾ ਸਰ ਮਾਲਵਿਕਾ ਸੂਦ ਜਦੋਂ ਕੋਈ ਪਾਰਟੀ ਨਾਲ ਸੰਬੰਧ ਰੱਖਣਗੇ ਆਉਣ ਵਾਲੇ ਦਿਨਾਂ 'ਚ ਕਿਸੇ ਪਾਰਟੀ ਨੂੰ ਅਨਾਉਂਸ ਕਰਨਗੇ, ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਲੋਕਲ ਲੀਡਰਸ ਨੇ ਉਹ ਜ਼ਰੂਰ ਵਿਰੋਧ ਕਰਨਗੇ ਇਸ ਚੀਜ਼ ਦਾ? ਉਸ ਤੋਂ ਫਿਰ ਕਿਸ ਤਰ੍ਹਾਂ ਸਰ ਇੱਕ ਸਰ ਅਸੀਂ ਉਹ ਲੋਕਲ ਲੀਡਰਸ ਨੂੰ ਸਪੋਰਟ ਕਰਾਂਗੇ। ਮੈਨੂੰ ਲੱਗਦਾ ਵਿਰੋਧ ਨਹੀਂ, ਆਪਾਂ ਨੂੰ ਸਪੋਰਟ ਕਰਨਾ ਚਾਹੀਦਾ। ਹਮੇਸ਼ਾ ਜਦੋਂ ਦੋ ਪਾਰਟੀਆਂ ਦੇ ਵਿੱਚ ਕਿਆ ਲੋਕ ਖੜੇ ਹੁੰਦੇ ਨੇ, ਆਪਾਂ ਹਮੇਸ਼ਾ ਕਹਿੰਦੇ ਯਾਰ ਆਪਾਂ ਹਮੇਸ਼ਾ ਦੂਸਰੇ ਨੂੰ ਨੀਚਾ ਕਰਦੇ ਕਿ ਯਾਰ ਉਹਨੇ ਕੀ ਕੀਤਾ, ਉਹ ਕੀ ਕਰ ਸਕਦੇ, ਉਹਨਾਂ ਦਾ ਕੀ ਐਕਸਪੀਰੀਅੰਸ ਹੈ ਜਾਂ ਪੁਰਾਣੇ ਬੰਦੇ ਨੇ ਨਹੀਂ ਕਰਨਾ। ਮੈਨੂੰ ਲੱਗਦਾ ਸਪੋਰਟ ਕਰਨਾ ਚਾਹੀਦਾ। ਮੈਂ ਤਾਂ ਕਹਿੰਦਾ ਸਾਰੇ ਲੀਡਰਾਂ ਨੂੰ ਇਕੱਠੇ ਨੂੰ ਭਾਗ ਕੇ ਕਰਨਾ ਚਾਹੀਦਾ। ਯਾਰ ਅਸੀਂ ਇੱਕ ਆਹ ਪਾਰਟੀ ਦਾ ਹੀ ਬੈਠਾ, ਇਹ ਪਾਰਟੀ ਦਾ ਹੀ ਬੈਠਾ, ਇਹ ਪਾਰਟੀ ਦਾ ਬੈਠਾ, ਅਸੀਂ ਆਹ ਕਰਨਾ ਚਾਹੁੰਦੇ, ਅਸੀਂ ਰਲ ਮਿਲ ਕੇ ਕਰਨਾ ਚਾਹੁੰਦੇ। ਮੈਂ ਜਿੱਤਿਆ ਜਾਂ ਹਾਰਿਆ ਕੋਈ ਫਰਕ ਨਹੀਂ ਪੈਂਦਾ। ਜੇ ਜਿੱਤਿਆ ਅਸੀਂ ਇਹਨਾਂ ਨਾਲ ਹੋ ਜਾਾਂਗੇ, ਜੇ ਦੂਸਰੇ ਜਿੱਤੇ ਉਹਨਾਂ ਨਾਲ ਹੋ ਜਾ। ਆਈ ਥਿੰਕ ਇਹ ਸੋਚ ਹੋਣੀ ਬੜੀ ਇੰਪੋਰਟੈਂਟ ਹੈ ਕਿ ਕੋਈ ਫਰਕ ਨਹੀਂ ਪੈਂਦਾ ਕੌਣ ਜਿੱਤੇ, ਲੋਕ ਜਿੱਤਣੇ ਜ਼ਰੂਰੀ ਹੈ। ਕੋਵਿਡ ਕਾਲ ਵਿੱਚ ਸੰਤ ਪਰਿਵਾਰ ਨੇ ਜਿੰਨਾ ਆਮ ਲੋਕਾਂ ਦਾ ਕੀਤਾ ਹੈ ਜਾਂ ਗਰੀਬ ਲੋਕਾਂ ਦਾ ਭਲਾ ਕੀਤਾ ਤੇ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਵਾਹਵਾਹੀ ਵੀ ਹੋਈ ਹੈ। ਜੀ ਜਿਹੜੀਆਂ ਰਾਜਨੀਤੀ ਪਾਰਟੀਆਂ ਉਹ ਵੀ ਡੋਰੇ ਡਾਲਦੀਆਂ। ਫਿਰ ਮੇਰਾ ਸਵਾਲ ਉੱਥੇ ਹੀ ਹੈ ਕਿ ਕਿਹੜੀ ਰਾਜਨੀਤੀ ਪਾਰਟੀ ਜਿਹੜੀ ਹੈ? ਭਾਈ ਦੇਖੋ, ਜਦੋਂ ਅਸੀਂ ਸ਼ੁਰੂ ਕੀਤਾ ਆਲਮੋਸਟ 2 ਸਾਲ ਹੋ ਗਏ। 2 ਸਾਲਾਂ 'ਚ ਜ਼ਿਆਦਾ ਲੋਕਾਂ ਨੂੰ ਪਤਾ ਚੱਲਿਆ ਕਿਉਂਕਿ ਕਰੋਨਾ ਸੀ। ਤੁਸੀਂ ਉਦੋਂ ਪਹਿਲਾਂ ਵੀ ਜਾਣਦੇ ਕਿ ਉਦੋਂ ਪਹਿਲਾਂ ਵੀ ਅਸੀਂ ਬਹੁਤ ਕਰਦੇ ਰਹੇ ਔਰ ਮੇਰੇ ਮਦਰ ਫਾਦਰ ਹੀ ਬਹੁਤ ਕਰਦੇ ਰਹੇ। ਲੇਕਿਨ ਕਰੋਨਾ ਹੀ ਜ਼ਿਆਦਾ ਹਾਈ ਲੈਵਲ ਹੋਇਆ ਕਿਉਂਕਿ ਤਕਲੀਫਾਂ ਲੋਕਾਂ ਦੀਆਂ ਜ਼ਿਆਦਾ ਸੀ। ਤੇ ਇਹ ਸਾਰਿਆਂ ਨਾਲੋਂ ਵੱਡਾ ਐਗਜ਼ਾਮਪਲ ਸੀ ਕਿ ਜ਼ਰੂਰੀ ਨਹੀਂ ਹੈ ਕਿ ਰਾਜਨੀਤਿਕ ਪਾਰਟੀ ਦੇ ਵਿੱਚ ਆਉਣ ਦੇ ਕਾਰਨ ਤੁਸੀਂ ਲੋਕਾਂ ਦੀ ਮਦਦ ਕਰ ਸਕਦੇ ਹੋ। ਹਾਂ, ਜਦੋਂ ਤੁਸੀਂ ਰਾਜਨੀਤਿਕ ਪਾਰਟੀ 'ਚ ਆਉਂਦੇ ਹੋ ਤਾਂ ਤੁਹਾਡੇ ਪਲੇਟਫਾਰਮ ਵੱਧ ਜਾਂਦੇ ਆ। ਤੁਹਾਡੀ ਇੱਕ ਪਾਲਿਸੀਜ਼ ਨਾਲ, ਇੱਕ ਤੁਹਾਡੇ ਸਿਗਨੇਚਰ ਦੇ ਨਾਲ ਜ਼ਿੰਦਗੀਆਂ ਬਦਲ ਜਾਂਦੀਆਂ। ਮੈਂ ਹਮੇਸ਼ਾ ਦੇਖਦਾ ਕਿ ਹੈਲਥ ਕੇਅਰ ਪੰਜਾਬ ਦੇ ਵਿੱਚ ਬੜਾ ਹੁੰਦਾ। ਲੋਕਾਂ ਨੂੰ ਅੱਜ ਕਿੰਨੇ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਖੁੱਲ੍ਹੀਆਂ, ਉੱਥੇ ਕੋਈ ਹੁੰਦਾ ਹੀ ਨਹੀਂ ਬੰਦਾ। ਸਰਕਾਰੀ ਹਸਪਤਾਲ 'ਚ ਕਈ ਵਾਰ ਲੋਕੀ ਡਾਕਟਰਸ ਨਹੀਂ ਮਿਲਦੇ, ਮੈਡੀਸਿਨਸ ਨਹੀਂ ਮਿਲਦੀਆਂ। ਇਹ ਸਭ ਚੀਜ਼ਾਂ ਜਿਹੜੀਆਂ ਇੰਨੀਆਂ ਇੰਪੋਰਟੈਂਟ ਨੇ ਕਿ ਉਹ ਠੀਕ ਹੋਣੀਆਂ ਬੜੀਆਂ ਜ਼ਰੂਰੀ ਹੈ। ਕੇਜਰੀਵਾਲ ਸਾਹਿਬ ਨੂੰ ਮਿਲੇ ਸਰ ਤੁਸੀਂ, ਚੰਨੀ ਸਾਹਿਬ ਨੂੰ ਮਿਲੇ, ਦੋਨਾਂ ਨੂੰ ਮਿਲ ਗਏ। ਸੁਖਬੀਰ ਸਿੰਘ ਬਾਦਲ ਰਹਿ ਗਏ, ਜਾਓਗੇ ਸਰ ਮਿਲਣ ਵਾਸਤੇ? ਕੋਈ ਹੋ ਸਕਦੀ ਮੁਲਾਕਾਤ? ਸਰ ਮੈਂ ਉਹਨਾਂ ਨੂੰ ਮਿਲ ਲੂੰਗਾ, ਮੈਂ ਕਿਉਂ ਨਹੀਂ। ਉਹ ਵੀ ਬੜੇ ਮੈਂ ਹਮੇਸ਼ਾ ਮਿਲਿਆ ਉਹਨਾਂ ਨੂੰ ਦੋਨੋਂ ਟਾਈਮ। ਬੜੇ ਉਹ ਵੀ ਬੜੇ ਕਮਾਲ ਦੇ ਇਨਸਾਨ ਨੇ ਔਰ ਉਹਨਾਂ ਨੇ ਵੀ ਬੜਾ ਐਕਸਪੀਰੀਅੰਸ ਉਹਨਾਂ ਦਾ ਰਾਜਨੀਤੀ ਦਾ। ਮੈਂ ਜ਼ਰੂਰ ਮਿਲਾਂਗਾ ਜਦੋਂ ਮੈਨੂੰ ਕਹਿਣਗੇ। ਔਰ ਜਦੋਂ ਮੈਂ ਸਾਰਿਆਂ ਨੂੰ ਮੈਂ ਉਹੀ ਕਹਿ ਰਿਹਾ ਕਿ ਮੈਂ ਵੀ ਨਾ ਤੁਹਾਡੇ ਵਰਗਾ ਹੀ ਹਾਂ ਭਾਜੀ। ਮੈਂ ਹਮੇਸ਼ਾ ਜਦੋਂ ਆਪਾਂ ਲੋਕੀ ਰਾਜਨੀਤੀ ਦੀ ਗੱਲ ਕਰਦੇ ਆ ਤੇ ਆਪਾਂ ਲੋਕਾਂ ਨੂੰ ਕਈ ਵਾਰ ਉੱਪਰ ਦੇਖਣ ਲੱਗ ਜਾਂਦੇ ਯਾਰ ਉਹ ਰਾਜਨੀਤੀ ਜਾ ਰਿਹਾ ਹੈ, ਉਹ ਰਾਜਨੀਤੀ ਜਾ ਰਹੀ ਹੈ, ਕਿਹੜੀ ਪਾਰਟੀ ਜਾਊਗੀ। ਪਰ ਉਹ ਆਪਣੇ ਵਰਗੇ ਹੀ ਨੇ ਸਾਰੇ ਲੋਕ। ਮੈਨੂੰ ਲੱਗਦਾ ਕਿ ਅਜੇ ਆਪਾਂ ਜ਼ਮੀਨ ਨਾ ਛੱਡੀਏ ਤੇ ਲੋਕਾਂ ਦਾ ਭਲਾ ਹੋਣਾ ਸ਼ੁਰੂ ਹੋ ਜਾਊਗਾ। ਤੇ ਆਈ ਥਿੰਕ ਲੈਸਨ ਸਾਰਿਆਂ ਨਾਲੋਂ ਵੱਡਾ ਇਹ ਹੈ। ਔਰ ਹਮੇਸ਼ਾ ਮੈਂ ਸਾਰਿਆਂ ਨੂੰ ਇਹੀ ਕਹਿੰਦਾ ਕਿ ਜਿੰਨੇ ਰਾਜਨੀਤਿਕ ਪਾਰਟੀਆਂ ਹੋਣ ਜਾਂ ਜਿੰਨੇ ਰਾਜਨੀਤਿਕ ਲੀਡਰਸ ਹੋਣ, ਜਦੋਂ ਤੱਕ ਉਹ ਜ਼ਮੀਨ ਨਾਲ ਜੁੜੇ ਰਹਿਣਗੇ, ਜਦੋਂ ਤੱਕ ਉਹ ਲੋਕਾਂ ਨਾਲ ਜੁੜੇ ਰਹਿਣਗੇ ਤੇ ਭਲਾ ਹੁੰਦਾ ਹੀ ਰਹੂਗਾ। ਚੁਣਾਵ ਲੜਨਗੇ, ਤੁਹਾਡੇ ਬਾਰੇ ਤੁਸੀਂ ਆਪਣੇ ਬਾਰੇ ਕੀ ਸੋਚਿਆ? ਕਿਉਂਕਿ ਚਰਚਾਵਾਂ ਤੁਹਾਡੀਆਂ ਵੀ ਬਹੁਤ ਹੈ, ਤੁਸੀਂ ਵੀ ਚੁਣਾਵ ਦੇ ਵਿੱਚ ਆਪ ਵੱਲੋਂ ਤੁਹਾਨੂੰ ਡਿਪਟੀ ਸੀਐਮ ਵੀ ਡਿਕਲੇਅਰ ਕਰ ਦਿੱਤਾ ਗਿਆ ਜੀ, ਸੀਐਮ ਦੀ ਵੀ ਆਫਰ ਆ ਗਈ। ਤੁਹਾਡੀ ਕਈ ਤਰ੍ਹਾਂ ਦੀਆਂ ਚਰਚਾਵਾਂ ਉਹਨੂੰ ਵੀ ਕਲੀਅਰ ਕਰ ਦੇਖੋ, ਮੈਂ ਡੈਫੀਨਿਟਲੀ ਮੈਂ ਹਮੇਸ਼ਾ ਕਹਿੰਦਾ ਜਦੋਂ ਵੀ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਮੈਂ ਤੁਹਾਡੇ ਸਾਰੇ ਭਰਾਵਾਂ ਨਾਲ ਸਾਰਿਆਂ ਨੂੰ ਪਹਿਲਾਂ ਆ ਕੇ ਹਮੇਸ਼ਾ ਗੱਲ ਕਰਦਾ। ਹਜੇ ਇਹ ਬੜਾ ਲਾਈਫ ਦਾ ਵੱਡਾ ਡਿਸੀਜਨ ਹੈ। ਹਜੇ ਅਸੀਂ ਤੁਹਾਨੂੰ ਆਈ ਥਿੰਕ ਮਾਲਵਿਕਾ ਇੱਕ ਮੇਰਾ ਹੀ ਸਾਡੇ ਪਰਿਵਾਰ ਦਾ ਇੱਕ ਬਹੁਤ ਇੰਪੋਰਟੈਂਟ ਮੈਂ ਕਹੂੰਗਾ ਮੁੱਢ ਹੈ ਇੱਥੇ ਜਿਹੜਾ ਮੋਗੇ ਨਾਲ ਜੁੜਿਆ ਹੋਇਆ। ਔਰ ਮੈਨੂੰ ਲੱਗਦਾ ਪਹਿਲਾ ਸਟੈਪ ਆ ਲੈਣਾ ਜ਼ਰੂਰੀ ਹੈ ਕਿ ਆਪਾਂ ਚੱਲੀਏ, ਸਾਰੇ ਰੁਲੀਏ, ਮਤਲਬ ਰਲ ਜੁਲ ਕੇ ਇੱਕ ਦੂਜੇ ਦਾ ਹੱਥ ਫੜ ਕੇ ਅੱਗੇ ਵਧੀਏ। ਮੇਰੇ ਲਈ ਹਜੇ ਸ਼ਾਇਦ ਮੈਂ ਹਜੇ ਪੂਰੀ ਤਰ੍ਹਾਂ ਮਤਲਬ ਸੋਚਿਆ ਨਹੀਂ। ਮੇਰਾ ਲੱਗਦਾ ਕਿ ਪਹਿਲਾਂ ਮਾਲਵਿਕਾ ਦਾ ਇੰਪੋਰਟੈਂਟ ਹੈ ਕਿ ਉਹ ਤੁਹਾਡੇ ਨਾਲ ਕਿਸ ਤਰ੍ਹਾਂ ਜੋ ਜੁੜੀ ਹੈ ਪਿਛਲੇ ਕੁਝ ਟਾਈਮ, ਜੋ ਤੁਸੀਂ ਪਿਆਰ ਉਹਨੂੰ ਦਿੱਤਾ ਹੈ ਉਹਨੂੰ ਤੁਸੀਂ ਗਾਈਡ ਕਰੋ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਇਹ ਤੁਹਾਡੇ ਪਿੱਛੇ ਚੱਲਣ ਲਈ ਉਹਨੇ ਇਹ ਕਦਮ ਲਿੱਤਾ ਹੈ। ਔਰ ਮੈਂ ਜਦੋਂ ਵੀ ਉਹਨੂੰ ਇਹੀ ਕਿਹਾ ਸੀ ਕਿ ਤੁਸੀਂ ਬੜਾ ਵੱਡਾ ਡਿਸੀਜਨ ਹੈ ਕਿ ਕਹਿੰਦੀ ਮੈਂ ਸੇਵਾ ਕਰਨੀ ਲੋਕਾਂ ਦੀ, ਮੈਨੂੰ ਬੜਾ ਅੱਛਾ ਲੱਗਦਾ ਲੋਕਾਂ ਦੇ ਦਿਲਾਂ ਨੂੰ ਜਦੋਂ ਮੈਂ ਛੂਹਣੀ ਹੈ। ਤੇ ਮੈਨੂੰ ਲੱਗਦਾ ਕਿ ਉਹ ਟਾਈਮ ਆ ਗਿਆ ਜਦੋਂ ਇਹ ਆ ਕੇ ਲੋਕਾਂ ਨੂੰ ਮਦਦ ਕਰੇ, ਸਾਡੇ ਸ਼ਹਿਰ ਨੂੰ, ਪੰਜਾਬ ਨੂੰ, ਹਰ ਇੱਕ ਜ਼ਰੂਰਤਮੰਦ ਨੂੰ ਉਸ ਜਿਹੜਾ ਉਹਦੇ ਸੁਪਨਾ ਦੇਖਿਆ ਬੜੇ ਟਾਈਮ ਤੋਂ ਉਹ ਪੂਰਾ ਹੋਣ ਦੀ ਕੋਸ਼ਿਸ਼ ਕਰੇ।